ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੁਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਕ ਵਸਤ ਅਨੂਪ ਦਿਖਾਈ। ਗੁਰੂ ਗੋਵਿੰਦ ਗੋਵਿੰਦ ਗੁਰੂ ਹੈ ਨਾਨਕ ਭੇਦ ਨ ਭਾਈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ। ਜੀਅ ਜੰਤ ਕੇ ਠਾਕੁਰ ਆਪੇ ਵਰਤਨ ਹਾਰ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਜੀਅ ਜੰਤ ਕੇ ਠਾਕੁਰ ਆਪੇ ਵਰਤਨ ਹਾਰ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਨ ਹੋ ਕੇ ਸ਼ਾਮ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਸੋ ਆਪ ਜੀ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪਾਂ ਸ਼ਬਦ ਨੂੰ, ਸ਼ਲੋਕ ਨੂੰ ਸਰਵਣ ਕੀਤਾ ਹੈ।
ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦੇ ਅੰਦਰ ਕਥਾ ਵਿਆਖਿਆ ਚੱਲ ਰਹੀ ਹੈ। 21 ਅਸ਼ਟਪਦੀਆਂ ਤੱਕ ਪਿੱਛੇ ਕਥਾ ਸੰਪੂਰਨ ਹੋਈ ਹੈ। ਅੱਗੇ ਸਤਿਗੁਰੂ ਜੀ 22ਵੀਂ ਅਸ਼ਟਪਦੀ ਆਰੰਭ ਕਰਦੇ ਹਨ। ਸ਼ਲੋਕ ਦੇ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਤੇ ਕਿਵੇਂ ਉਹ ਪਰਮੇਸ਼ਰ ਵਾਹਿਗੁਰੂ ਇਹ ਤਰ੍ਹਾਂ ਤਰ੍ਹਾਂ ਦੀ ਦਿਸਣ ਵਾਲੀ ਰਚਨਾ ਦੇ ਵਿੱਚ, ਜਿਸ ਦੇ ਵੱਖੋ ਵੱਖਰੇ ਨਾਮ ਹਨ, ਵੱਖੋ ਵੱਖਰੇ ਰੂਪ ਹਨ, ਵੱਖੋ ਵੱਖਰੇ ਰੰਗ ਹਨ, ਪਰ ਔਰ ਸਾਰਿਆਂ ਦੇ ਵਿੱਚ ਇੱਕੋ ਪਰਮੇਸ਼ਰ ਵਾਹਿਗੁਰੂ ਜਿਹੜਾ ਉਹ ਇੱਕ ਰੂਪ ਹੋ ਕੇ ਵਰਤ ਰਿਹਾ ਹੈ ਔਰ ਉਸੇ ਦੀ ਹੀ ਸ਼ਕਤੀ ਦੁਆਰਾ, ਸੱਤਾ ਦੁਆਰਾ, ਚੇਤਨਤਾ ਦੁਆਰਾ ਇਹ ਸਾਰੀ ਰਚਨਾ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ, ਰੂਪਾਂ ਦੀ ਸਾਨੂੰ ਦਿਸ ਰਹੀ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਬਚਨ ਆਉਂਦੇ ਹਨ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਉਹ ਪਰਮੇਸ਼ਰ ਵਾਹਿਗੁਰੂ ਜਿੱਥੇ ਆਪ ਇੱਕ ਰੰਗ ਦੇ ਵਿੱਚ ਵਰਤਣ ਵਾਲਾ ਹੈ, ਆਨੰਦ ਸਰੂਪ ਦੇ ਵਿੱਚ ਵਰਤਣ ਵਾਲਾ ਹੈ, ਉੱਥੇ ਉਹ ਬਹੁਤੇ ਰੰਗਾਂ ਦੇ ਵਿੱਚ, ਬਹੁਤੀ ਰਚਨਾ ਦੇ ਵਿੱਚ ਵੀ ਉਸੇ ਦਾ ਹੀ ਰੂਪ ਹੈ, ਉਸੇ ਦਾ ਹੀ ਜਲਵਾ ਹੈ। ਜਿਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਏਕ ਹੈ ਅਨੇਕ ਹੈ। ਇੱਕ ਹੁੰਦਾ ਹੋਇਆ ਉਹ ਪਰਮੇਸ਼ਰ ਵਾਹਿਗੁਰੂ ਅੱਗੇ ਅਨੇਕ ਰੂਪ ਵੀ ਆਪ ਹੀ ਹੈ। ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਇਹ ਹੈ ਕਿ ਜੋ ਇਹ ਅਨੇਕਤਾ ਵਾਲਾ ਸੰਸਾਰ ਆਪਾਂ ਨੂੰ ਦਿਸ ਰਿਹਾ ਹੈ, ਇਹਦੇ ਵਿੱਚ ਇੱਕ ਦੀ ਭਾਲ ਕਰਨੀ, ਇੱਕ ਦੀ ਖੋਜ ਕਰਨੀ, ਸਭ ਦੇ ਵਿੱਚ ਇੱਕ ਨੂੰ ਦੇਖਣਾ, ਇਹ ਪਾਵਨ ਗੁਰਬਾਣੀ ਦਾ ਸਿਧਾਂਤ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਲੋਕ ਔਰ ਅਸ਼ਟਪਦੀ ਦੇ ਅੰਦਰ ਉਹ ਪਰਮੇਸ਼ਰ ਦੀ ਵਿਆਪਕਤਾ ਸਰਬ ਰੂਪ ਹੋ ਕੇ ਕਿਵੇਂ ਵਰਤ ਰਿਹਾ ਹੈ, ਉਸ ਦਾ ਵਰਣਨ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨ ਦੇ ਯਤਨ ਕਰੀਏ। ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਉਚਾਰਨ ਕਰਦੇ ਹਨ। ਸ਼ਲੋਕ ਛੰਦ ਦਾ ਨਾਮ ਹੈ ਜੀ ਜੰਤ ਕੇ ਠਾਕੁਰਾ। ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਜੀਵ ਜੰਤ, ਵੱਡੇ ਤੇ ਛੋਟੇ, ਸੂਖਮ ਤੇ ਸਥੂਲ ਰਚਨਾ ਜਿਹੜੀ ਹੈ, ਇੱਕ ਉਹ ਰਚਨਾ ਹੈ ਜਿਹੜੀ ਸਾਨੂੰ ਸਾਡੀ ਅੱਖ ਦੁਆਰਾ ਦਿਸ ਪੈਂਦੀ ਹੈ, ਔਰ ਇੱਕ ਉਹ ਰਚਨਾ ਹੈ ਜੋ ਇਸ ਅੱਖ ਦੁਆਰਾ ਨਹੀਂ ਦਿਸਦੀ। ਸੂਖਮ ਤੇ ਸਥੂਲ ਰੂਪ ਦੇ ਵਿੱਚ ਜਿਹੜੀ ਰਚਨਾ ਹੈ, ਜੀਵ ਤੇ ਜੰਤ, ਛੋਟੇ ਤੇ ਵੱਡੇ, ਇਹਨਾਂ ਸਭ ਦਾ ਹੀ ਉਹ ਪਰਮੇਸ਼ਰ ਵਾਹਿਗੁਰੂ ਜੀ ਠਾਕੁਰਾ ਕਹੀਏ, ਮਾਲਕ ਹੈ ਤੂੰ। ਔਰ ਇਹਨਾਂ ਦੇ ਵਿੱਚ ਵਰਤਣ ਵਾਲਾ ਜੋਤ ਰੂਪ ਹੋ ਕੇ, ਜਿਵੇਂ ਸਤਿਗੁਰਾਂ ਦੇ ਪਾਵਨ ਬਚਨ ਆਉਂਦੇ ਹਨ, ਸਰਬ ਜੋਤ ਤੇਰੀ ਪਸਰ ਰਹੀ, ਜਹ ਜਹ ਵੇਖੋ ਤਹ ਨਰ ਹਰੀ। ਕਿ ਸਾਰਿਆਂ ਦੇ ਵਿੱਚ ਜੋਤ ਰੂਪ ਹੋ ਕੇ ਵਰਤਣ ਵਾਲਾ ਪਰਮੇਸ਼ਰ ਵਾਹਿਗੁਰੂ ਤੂੰ ਆਪ ਹੀ ਹੈ। ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਸਤਿਗੁਰੂ ਜੀ ਕਹਿੰਦੇ ਇੱਕੋ ਪਰਮੇਸ਼ਰ ਵਾਹਿਗੁਰੂ ਹੀ ਪਸਰਿਆ ਕਹੀਏ ਫੈਲਿਆ ਹੋਇਆ ਹੈ, ਦੂਜਾ ਕਹਿ ਦ੍ਰਿਸ਼ਟਾਰ, ਦੂਜਾ ਉਹਦੇ ਤੋਂ ਬਿਨਾਂ ਹੋਰ ਕੋਈ ਵੀ ਕਿਸੇ ਦੇ ਵਿੱਚ ਦੇਖਿਆ ਨਹੀਂ ਜਾ ਸਕਦਾ। ਸਭ ਦੇ ਵਿੱਚ ਇੱਕ ਪਰਮੇਸ਼ਰ ਵਾਹਿਗੁਰੂ ਹੀ ਹੈ। ਉਹ ਕਿਵੇਂ ਹੈ? ਗੁਰਸਿੱਖਾਂ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਬਚਨ ਕੀਤੇ ਸਨ ਕਿ ਮਹਾਰਾਜ ਪਰਮੇਸ਼ਰ ਵਾਹਿਗੁਰੂ ਇੱਕ ਰੂਪ ਕਿਵੇਂ ਹੈ। ਔਰ ਸਤਿਗੁਰਾਂ ਨੇ ਉੱਥੇ ਉਦਾਹਰਨਾਂ ਦਿੱਤੀਆਂ ਹਨ। ਬਚਨ ਆਉਂਦੇ ਹਨ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਤਿਗੁਰੂ ਜੀ ਕਹਿੰਦੇ ਜਿਸ ਪ੍ਰਕਾਰ ਆਪਾਂ ਬਨਸਪਤੀ ਨੂੰ ਦੇਖਦੇ ਹਾਂ, 18 ਭਾਰ ਬਨਸਪਤੀ ਮੰਨੀ ਹੈ, ਔਰ ਕਿੰਨੇ ਰੰਗਾਂ ਰੂਪਾਂ ਦੇ ਪੇੜ ਪੌਦੇ ਹਨ, ਔਰ ਸਭ ਦੇ ਵਿੱਚ ਜਿਹੜੀ ਅਗਨ ਹੈ, ਜਿਹੜੀ ਸਮਾਨ ਅਗਨੀ ਹੈ, ਉਹ ਸਾਰੇ ਰੁੱਖਾਂ ਦੇ ਵਿੱਚ ਇੱਕ ਰੂਪ ਹੋ ਕੇ ਵਰਤ ਰਹੀ ਹੈ। ਉਸੇ ਸਮਾਨ ਅਗਨੀ ਦੁਆਰਾ ਹੀ ਰੁੱਖ ਜਿਹੜਾ ਹੈ ਉਸ ਨੂੰ ਨਵੇਂ ਪੱਤੇ ਆਉਂਦੇ ਆ, ਨਵੇਂ ਫੁੱਲ ਆਉਂਦੇ ਆ, ਨਵੇਂ ਫਲ ਆਉਂਦੇ ਆ।
ਔਰ ਉਹੀ ਰੁੱਖ ਜਦੋਂ ਆਪਣੀ ਉਮਰ ਭੋਗ ਜਾਂਦਾ, ਸੁੱਕ ਜਾਂਦਾ ਹੈ, ਫਿਰ ਉਸੇ ਨੂੰ ਜਦੋਂ ਆਪਾਂ ਅੱਗ ਦਿੰਦੇ ਹਾਂ ਤੇ ਉਹਦੇ ਵਿੱਚੋਂ ਅੱਗ ਪ੍ਰਗਟ ਹੁੰਦੀ ਹੈ ਪ੍ਰਤੱਖ ਰੂਪ ਦੇ ਵਿੱਚ। ਪਰ ਉਸ ਤੋਂ ਪਹਿਲਾਂ ਸਮਾਨ ਰੂਪ ਦੇ ਵਿੱਚ ਉਹਦੇ ਵਿੱਚ ਅੱਗ ਜਿਹੜੀ ਹੈ ਉਹ ਮੌਜੂਦ ਹੁੰਦੀ ਹੈ, ਪਰ ਆਪਾਂ ਨੂੰ ਇਹਨਾਂ ਅੱਖਾਂ ਦੁਆਰਾ ਨਹੀਂ ਦਿਸਦੀ। ਇਸੇ ਪ੍ਰਕਾਰ ਸਤਿਗੁਰਾਂ ਨੇ ਉਦਾਹਰਨ ਦਿੱਤਾ ਹੈ ਦੁੱਧ ਦਾ, ਕਿ ਦੁੱਧ ਦੇ ਵਿੱਚ ਜਿਵੇਂ ਘਿਓ ਹੁੰਦਾ ਹੈ, ਪਰ ਉਹ ਆਪਾਂ ਨੂੰ ਇਹਨਾਂ ਅੱਖਾਂ ਦੁਆਰਾ ਨਹੀਂ ਦਿਸਦਾ ਵੀ ਦੁੱਧ ਦੇ ਵਿੱਚ ਘਿਓ ਹੈ। ਪਰ ਜਦੋਂ ਜੁਗਤੀ ਦੇ ਨਾਲ ਆਪਾਂ ਉਸ ਨੂੰ ਗਰਮ ਕਰਕੇ ਜਾਗ ਲਾ ਦਿੰਦੇ ਹਾਂ, ਦਹੀਂ ਬਣ ਜਾਂਦਾ ਹੈ, ਫਿਰ ਉਸ ਨੂੰ ਰਿੜਕ ਲੈਂਦੇ ਹਾਂ, ਮੱਖਣ ਬਣ ਜਾਂਦਾ ਹੈ, ਫਿਰ ਉਸ ਨੂੰ ਗਰਮ ਕਰ ਲੈਂਦੇ ਹਾਂ, ਘਿਓ ਬਣ ਜਾਂਦਾ ਹੈ। ਜੁਗਤੀ ਦੇ ਨਾਲ ਅੱਗੇ ਤੋਂ ਅੱਗੇ ਕਰਮ ਕਰਦਿਆਂ ਦੁੱਧ ਦਾ ਨਿਚੋੜ ਜਿਹੜਾ ਕੀ ਹੈ, ਘਿਓ ਨਿਕਲ ਆਉਂਦਾ ਹੈ। ਇਸੇ ਪ੍ਰਕਾਰ ਹੀ ਸਤਿਗੁਰੂ ਜੀ ਕਹਿੰਦੇ ਹਨ, ਊਚ ਨੀਚ ਮਹਿ ਜੋਤ ਸਮਾਣੀ। ਜਿੰਨਾ ਚਿਰ ਅਸੀਂ ਇਸ ਆਪਣੀ ਨਿਗਾਹ ਦੁਆਰਾ ਦੇਖਾਂਗੇ, ਉਹਨਾਂ ਚਿਰ ਉੱਚਾ ਵੀ ਦਿਸਦਾ ਹੈ, ਨੀਵਾਂ ਵੀ ਦਿਸਦਾ ਹੈ, ਸੱਚਾ ਵੀ ਦਿਖਦਾ ਹੈ, ਝੂਠਾ ਵੀ ਦਿਸਦਾ ਹੈ। ਪਰ ਜਦੋਂ ਗੁਰੂ ਦੀ ਨਿਗਾਹ ਦੁਆਰਾ ਦੇਖਾਂਗੇ, ਗੁਰੂ ਪਰਮੇਸ਼ਰ ਦੇ ਉਪਦੇਸ਼ਾਂ ਜੋ ਬਖਸ਼ਿਸ਼ ਕੀਤੇ ਉਹਨਾਂ ਦੁਆਰਾ ਦੇਖਾਂਗੇ, ਤੇ ਫਿਰ ਇੱਕ ਜੋਤ ਹੀ ਦਿਸੇਗੀ। ਜਿਵੇਂ ਇਤਿਹਾਸ ਦੇ ਅੰਦਰ ਬੜੀ ਪ੍ਰਸਿੱਧ ਮਿਸਾਲ ਭਾਈ ਕਨ੍ਹਈਆ ਜੀ ਦੀ ਆਉਂਦੀ ਹੈ, ਔਰ ਉਹਨਾਂ ਦੇ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਗਲਾਂ ਦੇ ਨਾਲ ਜੰਗ ਲੜਦੇ ਹਨ, 22 ਧਾਰ ਦੇ ਰਾਜਿਆਂ ਦੇ ਨਾਲ ਜੰਗ ਲੜਦੇ ਹਨ, ਔਰ ਭਾਈ ਕਨ੍ਹਈਆ ਜੀ ਕੀ ਕਰਦੇ ਹਨ, ਜਿੱਥੇ ਗੁਰੂ ਕਿਆਂ ਸਿੱਖਾਂ ਨੂੰ ਜਲ ਛਕਾਉਂਦੇ ਹਨ, ਉੱਥੇ ਮੁਗਲਾਂ ਨੂੰ ਵੀ ਛਕਾਉਂਦੇ ਹੈ। 22 ਧਾਰ ਦੇ ਜਿਹੜੇ ਰਾਜੇ ਉਹਨਾਂ ਦੀ ਫੌਜ ਉਹਨਾਂ ਨੂੰ ਵੀ ਛਕਾ ਦਿੰਦੇ, ਉਹਨਾਂ ਨੂੰ ਵੀ ਫਿਰ 9/9 ਕਰ ਦਿੰਦੇ ਆ, ਫਿਰ ਉਹ ਜੰਗ ਲੜਦੇ ਆ। ਜਦੋਂ ਇਹ ਕੌਤਕ ਸਿੱਖਾਂ ਨੇ ਵੇਖਿਆ ਤੇ ਜਾ ਕੇ ਸ਼ਿਕਾਇਤ ਕਰ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਕਿ ਭਾਈ ਕਨ੍ਹਈਆ ਜੀ ਦੂਸਰੀਆਂ ਫੌਜਾਂ ਦੇ ਨਾਲ ਮਿਲ ਗਏ ਆ, ਰਲ ਗਏ, ਉਹਨਾਂ ਦੇ ਬਣ ਗਏ। ਇਸ ਕਰਕੇ ਇਹ ਸਿੱਖਾਂ ਦੀ ਮਦਦ ਤੇ ਕਰਦੇ ਹੀ ਹੈ, ਨਾਲ ਉਹਨਾਂ ਦੀ ਵੀ ਕਰਦੇ ਆ। ਭਾਈ ਕਨ੍ਹਈਆ ਜੀ ਨੂੰ ਸੱਦਿਆ ਗਿਆ। ਸਤਿਗੁਰੂ ਜੀ ਕਹਿੰਦੇ, ਹਾਂ ਭਾਈ, ਸ਼ਿਕਾਇਤ ਆਈ ਹੈ ਤੇਰੀ ਕਿ ਤੂੰ ਮੁਗਲਾਂ ਨੂੰ ਪਾਣੀ ਪਿਆਉਣਾ ਹੈ, 22 ਧਾਰ ਦੀ ਜਿਹੜੀ ਫੌਜ ਉਹਨਾਂ ਨੂੰ ਪਾਣੀ ਪਿਆਉਣਾ ਹੈ। ਤੇ ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਹਾਰਾਜ ਮੇਰੀ ਨਿਗਾਹ ਦੇ ਵਿੱਚ ਤੇ ਨਾ ਮੁਗਲ ਦਿਸਦਾ ਹੈ, ਨਾ ਕੋਈ 22 ਧਾਰੀਆਂ ਦੀ ਫੌਜ ਦਿਸਦੀ ਹੈ, ਨਾ ਸਿੱਖ ਦਿਸਦੇ ਆ, ਮੈਨੂੰ ਸਭ ਦੇ ਵਿੱਚੋਂ ਤੁਸੀਂ ਦਿਸਦੇ, ਤੁਹਾਡਾ ਹੀ ਰੂਪ ਦਿਸਦਾ ਹੈ, ਮੈਂ ਤੇ ਤੁਹਾਨੂੰ ਪਾਣੀ ਪਿਆਉਣਾ। ਜਦੋਂ ਇਹ ਬਚਨ ਭਾਈ ਕਨ੍ਹਈਆ ਜੀ ਤੋਂ ਸੁਣੇ ਤੇ ਸਤਿਗੁਰਾਂ ਨੇ ਨਾਲ ਮਰਮ ਪੱਟੀ ਵੀ ਦਿੱਤੀ ਕਿ ਅੱਗੇ ਤੋਂ ਇਹ ਵੀ ਸੇਵਾ ਤੁਸੀਂ ਕਰਨੀ, ਜਿੱਥੇ ਜਲ ਛਕਾਉਣਾ ਹੈ ਉੱਥੇ ਮਰਮ ਪੱਟੀ ਵੀ ਕਰਨੀ। ਇਸੇ ਪ੍ਰਕਾਰ ਹੀ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਦੇ ਵਿੱਚ ਵੀ ਬਚਨ ਆਉਂਦੇ ਹਨ। ਉਹਨਾਂ ਨੇ ਵੀ ਇਹ ਬਚਨ ਕਹੇ ਹਨ ਕਿ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ। ਕਿ ਧੰਨ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਸੰਸਾਰ ਦੀਆਂ ਅੱਖਾਂ ਹਨ, ਉਹਨਾਂ ਦਾ ਜੋ ਨੂਰ ਹੈ, ਜੋ ਵੇਖਣ ਸ਼ਕਤੀ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਜਿੰਨੇ ਸੰਸਾਰ ਦੇ ਸਰੀਰ ਹਨ, ਉਹਨਾਂ ਦੇ ਵਿੱਚ ਜਿਹੜੀ ਨੂਰ ਹੈ, ਜੋਤ ਹੈ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ। ਸੋ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਬਚਨ ਕਰ ਰਹੇ ਹਨ ਕਿ ਜਿਵੇਂ ਗੁਰੂ ਕਿਆਂ ਸਿੱਖਾਂ ਨੂੰ ਸਰਗੁਣ ਸਰੂਪ ਪਰਮੇਸ਼ਰ ਦਾ ਸਭ ਦੇ ਵਿੱਚ ਪ੍ਰਤੀਤ ਹੁੰਦਾ ਹੈ, ਇਸੇ ਪ੍ਰਕਾਰ ਹੀ ਉਹ ਪ੍ਰਮਾਤਮਾ ਜਿਹੜਾ ਨਿਰਗੁਣ ਸਰੂਪ ਹੈ, ਜੋਤ ਸਰੂਪ ਹੈ, ਉਹੀ ਸਭ ਦੇ ਵਿੱਚ ਵਰਤ ਰਹੀ ਹੈ। ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਦੇ ਅੰਦਰ ਬਚਨ ਕਰਦੇ ਹਨ ਕਿ ਜੀ ਜੰਤ ਕੇ ਠਾਕੁਰਾ, ਇਹ ਪਰਮੇਸ਼ਰ ਵਾਹਿਗੁਰੂ ਤੂੰ ਜੀਵਾਂ ਜਨਤਾਂ ਦੇ ਵਿੱਚ, ਛੋਟਿਆਂ ਵੱਡਿਆਂ ਦੇ ਵਿੱਚ ਤੂੰ ਹੀ ਪਸਰ ਰਿਹਾ ਹੈ, ਤੂੰ ਹੀ ਉਹਨਾਂ ਦੇ ਵਿੱਚ ਵਰਤਣ ਵਾਲਾ ਹੈ। ਅਸ਼ਟਪਦੀ। ਅੱਗੇ ਸਤਿਗੁਰੂ ਜੀ 8-8 ਪਦਿਆਂ ਵਾਲੇ ਜਿਹੜੇ ਸ਼ਬਦ ਹਨ ਉਹ ਆਰੰਭ ਕਰਦੇ ਹਨ। ਆਪ ਕਥੈ ਆਪ ਸੁਣਨੈ ਹਾਰ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਨਾ, ਆਪ ਹੀ ਵਕਤਾ ਬਣ ਕੇ ਕਥਨ ਕਰਨ ਵਾਲਾ ਹੈ, ਆਪ ਹੀ ਸਰੋਤਾ ਬਣ ਕੇ ਸੁਣਨ ਵਾਲਾ ਹੈ। ਜਿੱਥੇ ਉਹ ਪਰਮੇਸ਼ਰ ਵਾਹਿਗੁਰੂ ਆਪਣੀ ਜਿਹੜੀ ਕਥਾ ਵਿਆਖਿਆ ਹੈ ਉਸ ਨੂੰ ਕਹਾਉਣ ਵਾਲਾ ਵਕਤਾ ਇਹ ਵੀ ਆਪ ਹੀ ਹੈ, ਔਰ ਸੁਣਨ ਵਾਲਾ ਜਿਹੜਾ ਸਰੋਤਾ ਹੈ ਇਹ ਵੀ ਆਪ ਹੀ ਹੈ। ਔਰ ਇਸੇ ਪ੍ਰਕਾਰ ਜਿੰਨੇ ਧਾਰਮਿਕ ਵੇਦ ਸ਼ਾਸਤਰ ਗ੍ਰੰਥ ਹਨ, ਉਹਨਾਂ ਦੁਆਰਾ ਆਪਣੀ ਕਥਾ ਕਹਿਣ ਵਾਲਾ ਵੀ ਆਪ ਹੀ ਹੈ,
ਔਰ ਉਹਨਾਂ ਕਥਾ ਵਿਆਖਿਆਵਾਂ ਨੂੰ ਸੁਣਨ ਵਾਲਾ ਸਰੋਤਾ ਰੂਪ ਵੀ ਆਪ ਹੀ ਹੈ। ਆਪੈ ਏਕ ਆਪ ਵਿਸਤਾਰ। ਸਤਿਗੁਰੂ ਜੀ ਕਹਿੰਦੇ ਹਨ ਆਪ ਹੀ ਪਰਮੇਸ਼ਰ ਵਾਹਿਗੁਰੂ ਇੱਕ ਰੂਪ ਹੈ ਔਰ ਉਸੇ ਤੋਂ ਹੀ ਉਸ ਨੇ ਸਾਰਾ ਵਿਸਥਾਰ ਜਿਹੜਾ ਫੈਲਾ ਕੀਤਾ, ਇਹਦੇ ਵਿੱਚ ਵੀ ਉਹੀ ਵਰਤ ਰਿਹਾ, ਉਹੀ ਹੈ। ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਸਤਿਗੁਰੂ ਜੀ ਕਹਿੰਦੇ ਜੇ ਉਹ ਪਰਮੇਸ਼ਰ ਨੂੰ ਭਾਵੇ, ਉਹਨੂੰ ਫੁਰਨਾ ਹੋਵੇ, ਇੱਛਾ ਅੰਦਰ ਪੈਦਾ ਹੋਵੇ ਤਾਂ ਸ੍ਰਿਸ਼ਟ ਉਪਾਵੇ। ਜਿੰਨੀ ਇਹ ਸ੍ਰਿਸ਼ਟੀ ਹੈ ਇਸ ਨੂੰ ਪੈਦਾ ਕਰ ਲੈਂਦਾ ਹੈ। ਉਹਦੇ ਫੁਰਨੇ ਦੁਆਰਾ ਹੀ ਇਹ ਸਾਰੀ ਰਚਨਾ ਜਿਹੜੀ ਹੈ ਇਹ ਪੈਦਾ ਹੋ ਜਾਂਦੀ ਹੈ। ਆਪਣੇ ਭਾਣੇ ਲਏ ਸਮਾਏ। ਤੇ ਜਦੋਂ ਉਹਦਾ ਆਪਣਾ ਭਾਣਾ ਹੋਵੇ ਫਿਰ ਆਪਣੇ ਵਿੱਚ ਮਿਲਾ ਲੈਂਦਾ ਹੈ, ਫਿਰ ਆਪਣੇ ਵਿੱਚ ਹੀ ਸਮੇਟ ਲੈਂਦਾ ਹੈ, ਭਾਵ ਕਿ ਮਹਾਪਰਲੋ ਕਰਕੇ ਸਭ ਕੁਝ ਲੈ ਕਰ ਲੈਂਦਾ ਹੈ। ਤੁਮ ਤੇ ਭਿੰਨ ਨਹੀਂ ਕਿਛ ਹੋਏ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਭਿੰਨ ਕੁਝ ਵੀ ਨਹੀਂ ਹੋ ਰਿਹਾ। ਤੇਰੇ ਤੋਂ ਬਿਨਾਂ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਨਹੀਂ ਹੈ ਕਿ ਜਿੱਥੇ ਤੇਰੀ ਮੌਜੂਦਗੀ, ਤੇਰੀ ਹਸਤੀ ਨਾ ਹੋਵੇ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਉਹ ਕਥਾ ਦੇ ਵਿੱਚ ਇਹ ਬਚਨ ਕਰਿਆ ਕਰਦੇ ਸਨ ਕਿ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਹੈ ਕਿ ਜਿੱਥੇ ਪਰਮੇਸ਼ਰ ਦੀ ਹਸਤੀ ਨਹੀਂ ਹੈ। ਭਾਵ ਕਿ ਸੰਸਾਰ ਦੇ ਅੰਦਰ ਕੀੜੀ ਤੋਂ ਲੈ ਕੇ ਹਾਥੀ ਪਰਜੰਤ ਜਿੰਨੇ ਜੀਵ ਬਣਾਏ ਆ ਸਭ ਦੇ ਵਿੱਚ ਉਸੇ ਦੀ ਹੀ ਜੋਤ ਹੈ, ਉਸੇ ਦੀ ਸੱਤਾ, ਉਸੇ ਦੀ ਸ਼ਕਤੀ ਜਿਹੜੀ ਹੈ ਸਭ ਦੇ ਵਿੱਚ ਵਰਤ ਰਹੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਤੁਮ ਤੇ ਭਿੰਨ ਨਹੀਂ ਕਿਛ ਕੋਇ। ਤੇਰੇ ਤੋਂ ਭਿੰਨ, ਤੇਰੇ ਤੋਂ ਵੱਖਰਾ ਸੰਸਾਰ ਦੇ ਵਿੱਚ ਹੋਰ ਕੋਈ ਦੂਸਰਾ ਨਹੀਂ ਹੈ। ਆਪਨ ਸੂਤ ਸਭ ਜਗਤ ਪਰੋਏ। ਸਤਿਗੁਰੂ ਜੀ ਕਹਿੰਦੇ ਜਿਸ ਪ੍ਰਕਾਰ ਸੂਤ ਦੇ ਨਾਲ, ਧਾਗੇ ਦੇ ਨਾਲ ਕੋਈ ਮਾਲਾ ਪਰੋ ਲੈਂਦਾ ਹੈ, ਫੁੱਲਾਂ ਦੀ ਪਰੋ ਲੈਂਦਾ ਹੈ, ਮਣਕਿਆਂ ਦੀ ਪਰੋ ਲੈਂਦਾ ਹੈ, ਇਸੇ ਪ੍ਰਕਾਰ ਹੀ ਜਿਹੜਾ ਜੋਤ ਰੂਪੀ ਧਾਗਾ ਹੈ ਉਹ ਸਾਰੀਆਂ ਹੀ ਇਹ ਦੇਹਾਂ ਜਿਹੜੀਆਂ ਹਨ ਇਹਨਾਂ ਦੇ ਵਿੱਚ ਤੂੰ ਪਰੋਇਆ ਹੋਇਆ ਹੈ। ਤੇਰੀ ਹੀ ਜੋਤ ਦੁਆਰਾ ਇਹ ਸਾਰੇ ਜੀਵ ਜੰਤੂ ਜੋ ਚਾਰ ਖਾਣੀਆਂ ਦੁਆਰਾ ਅੰਡਜ, ਜੇਰਜ, ਸੇਤਜ, ਉਤਪੁਜ ਤੇਰੇ ਕੀਏ ਜਨਤਾ। ਆਂਡਿਆਂ ਦੁਆਰਾ ਸ੍ਰਿਸ਼ਟੀ ਜਿਹੜੀ ਉਹ ਰਚੀ ਜਾ ਰਹੀ ਹੈ। ਇਸੇ ਪ੍ਰਕਾਰ ਜੇਰ ਤੋਂ ਪੈਦਾ ਹੋ ਰਹੀ ਹੈ, ਉਤਪੁਜ ਧਰਤੀ ਤੋਂ ਜਿਹੜੀ ਬਨਸਪਤੀ ਆਦਿਕ ਪੈਦਾ ਹੋ ਰਹੀ ਹੈ। ਇਹ ਜਿੰਨੀ ਰਚਨਾ ਚਾਰ ਖਾਣੀਆਂ ਦੁਆਰਾ ਹੋ ਰਹੀ ਹੈ, ਸਤਿਗੁਰੂ ਜੀ ਕਹਿੰਦੇ ਹਨ ਸਭ ਦੇ ਵਿੱਚ ਹੀ ਸੂਤ ਰੂਪ ਹੋ ਕੇ, ਧਾਗਾ ਰੂਪ ਹੋ ਕੇ, ਜੋਤ ਰੂਪ ਹੋ ਕੇ ਤੂੰ ਹੀ ਵਰਤ ਰਿਹਾ ਹੈ। ਜਾ ਕੋ ਪ੍ਰਭ ਜੋ ਆਪ ਬੁਝਾਏ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਇਸ ਖੇਡ ਨੂੰ ਤੂੰ ਜਿਸ ਨੂੰ ਬੁਝਾਉਣਾ ਚਾਹੇ, ਜਿਸ ਨੂੰ ਸਮਝਾਉਣਾ ਚਾਹੇ ਕਿ ਸਭ ਦੇ ਵਿੱਚ ਤੂੰ ਹੀ ਵਰਤ ਰਿਹਾ ਹੈ, ਇਸ ਖੇਡ ਨੂੰ, ਇਸ ਕਲਾ ਨੂੰ ਜਿਸ ਦੇ ਉੱਤੇ ਤੂੰ ਕਿਰਪਾ ਕਰੇ ਉਹੀ ਬੁਝਦਾ ਹੈ। ਸੱਚ ਨਾਮ ਸੋਈ ਜਨ ਪਾਏ। ਕਿਵੇਂ ਬੁਝਦਾ ਹੈ? ਉਹ ਗੁਰੂ ਤੋਂ ਸੱਚੇ ਨਾਮ ਨੂੰ ਪ੍ਰਾਪਤ ਕਰ ਲੈਂਦਾ ਹੈ। ਸੱਚੇ ਨਾਮ ਨੂੰ ਪ੍ਰਾਪਤ ਕਰਕੇ, ਨਾਮ ਦਾ ਅਭਿਆਸ ਕਰਕੇ ਤੇ ਫਿਰ ਉਹ ਨਾਮ ਰੂਪ ਹੀ ਸਭ ਦੇ ਵਿੱਚ ਦੇਖਦਾ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਕਿ ਸਭ ਦੇ ਵਿੱਚ ਹੀ ਉਹ ਭਗਤ ਜੀ ਕਹਿੰਦੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਹੈ। ਇਸੇ ਪ੍ਰਕਾਰ ਬਚਨ ਆਉਂਦੇ ਹਨ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਿ ਸੰਸਾਰ ਦੇ ਵਿੱਚ ਭਗਤ ਤੇ ਇਹ ਕਹਿੰਦੇ ਹਨ ਕਿ ਜਿੰਨੇ ਪਸ਼ੂ ਪਰਿੰਦੇ ਜੋ ਵੀ ਬੋਲਦੇ ਹੈ ਇਹ ਵੀ ਉਸੇ ਦਾ ਨਾਮ ਜਪਦੇ ਹੈ, ਇਹ ਵੀ ਉਸੇ ਨੂੰ ਯਾਦ ਕਰ ਰਹੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਸ ਕਲਾ ਨੂੰ ਪਰਮੇਸ਼ਰ ਵਾਹਿਗੁਰੂ ਤੂੰ ਜਿਸ ਨੂੰ ਬੁਝਾਉਣਾ ਚਾਹੇ, ਜਿਹਦੇ ਤੇ ਕਿਰਪਾ ਕਰਦੇ, ਉਹ ਤੇਰੇ ਨਾਮ ਦਾ ਅਭਿਆਸ ਕਰਦਿਆਂ ਹੋਇਆਂ ਉਹੀ ਇਹ ਗੱਲ ਕਹਿੰਦਾ ਹੈ ਕਿ ਸਭੈ ਘਟ ਰਾਮ ਬੋਲੇ, ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਜਿਹਦੇ ਤੇ ਤੂੰ ਕਿਰਪਾ ਕਰ ਦੇਵੇਂ ਪਰਮੇਸ਼ਰ ਵਾਹਿਗੁਰੂ ਉਹੀ ਇਸ ਕਲਾ ਨੂੰ, ਖੇਡ ਨੂੰ ਸਮਝਦਾ ਹੈ। ਸੋ ਸਮਦਰਸੀ ਤਤ ਕਾ ਬੇਤਾ। ਉਹੀ ਸਮਾਨ ਨਿਗਾਹ ਵਾਲਾ ਤੇ ਤਤ ਵਸਤੂ ਨੂੰ ਵੇਖਣ ਵਾਲਾ, ਬੇਤਾ ਕਹੀਏ ਜਾਣੂ ਬਣ ਜਾਂਦਾ ਹੈ। ਸਮਾਨ ਨਿਗਾਹ, ਇੱਕ ਨਿਗਾਹ ਦੇ ਨਾਲ ਵੇਖਣ ਵਾਲਾ, ਸਮਾਨ ਦ੍ਰਿਸ਼ਟੀ ਰੱਖਣ ਵਾਲਾ, ਜਿਹਦੀ ਦ੍ਰਿਸ਼ਟੀ ਦੇ ਵਿੱਚ ਉੱਚਾ ਤੇ ਨੀਵਾਂ ਨਹੀਂ ਹੈ, ਸੱਚਾ ਤੇ ਝੂਠਾ ਨਹੀਂ ਹੈ। ਇਸੇ ਪ੍ਰਕਾਰ ਚੋਰ ਤੇ ਸਾਧ ਨਹੀਂ ਹੈ, ਪਾਪੀ ਤੇ ਪੁੰਨੀ ਨਹੀਂ ਹੈ। ਇਹ ਦੁਬਿਧਾ ਨਹੀਂ ਹੈ, ਦਵੈਤਪੁਣਾ ਨਹੀਂ ਹੈ ਜਿਸ ਦੇ ਅੰਦਰ, ਉਹਦੀ ਸਮਾਨ ਦ੍ਰਿਸ਼ਟੀ ਹੈ। ਜਿਹਦੇ ਤੇ ਪਰਮੇਸ਼ਰ ਵਾਹਿਗੁਰੂ ਤੂੰ ਕਿਰਪਾ ਕਰ ਦੇਵੇਂ ਉਹ ਤਤ ਬੇਤਾ,
ਤੱਤ ਹੁੰਦਾ ਨਿਚੋੜ ਅਸਲੀ ਵਸਤੂ। ਉਹ ਕੀ ਹੈ? ਜੋਤ ਹੈ, ਸਭ ਦੇ ਵਿੱਚ ਆਤਮਾ ਹੈ। ਉਹ ਫਿਰ ਪਰਮੇਸ਼ਰ ਵਾਹਿਗੁਰੂ ਤੇਰੀ ਕਿਰਪਾ ਦੁਆਰਾ, ਸਮਾਨ ਨਿਗਾਹ ਦੁਆਰਾ, ਸਮਾਨ ਦ੍ਰਿਸ਼ਟੀ ਦੁਆਰਾ ਸਭ ਦੇ ਵਿੱਚ ਤੇਰੀ ਜੋਤ ਨੂੰ ਹੀ ਦੇਖਦਾ ਹੈ। ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੇ ਵਿੱਚ ਇੱਕ ਘਟਨਾ ਆਉਂਦੀ ਹੈ ਕਿ ਜਦੋਂ ਸਤਿਗੁਰੂ ਜੀ ਮੱਕੇ ਮਦੀਨੇ ਦੀ ਧਰਤੀ ਤੇ ਗਏ ਤੇ ਉੱਥੇ ਜਿਹੜੇ ਕੋਈ ਕਾਜੀ ਮੁਲਾਣੇ ਸਨ, ਉਹਨਾਂ ਨੇ ਸਵਾਲ ਕੀਤੇ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਹੋ, ਤਾਂ ਉੱਥੇ ਵੀ ਸਤਿਗੁਰਾਂ ਨੇ ਇਹੀ ਬਚਨ ਕਹੇ ਸਨ ਕਿ ਅਸੀਂ ਤੇ ਸਭ ਦੇ ਵਿੱਚ ਉਸ ਇੱਕ ਨੂੰ ਦੇਖਦੇ ਹਾਂ। ਹਿੰਦੂਆਂ ਦੇ ਵਿੱਚ ਵੀ ਉਹੀ ਹੈ, ਮੁਸਲਮਾਨਾਂ ਦੇ ਵਿੱਚ ਵੀ ਉਹੀ ਹੈ। ਜਿਵੇਂ ਭਗਤਾਂ ਨੇ ਬਚਨ ਕਹੇ ਹਨ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਕਿ ਜਿਹੜਾ ਹਿੰਦੂ ਦੇ ਸਰੀਰ ਦੇ ਵਿੱਚ ਸਵਾਸਾਂ ਨੂੰ ਚਲਾ ਰਿਹਾ ਹੈ, ਮੁਸਲਮਾਨ ਦੇ ਸਰੀਰ ਦੇ ਵਿੱਚ ਵੀ ਸਵਾਸਾਂ ਨੂੰ ਚਲਾ ਰਿਹਾ ਹੈ, ਉਹ ਤੇ ਇੱਕੋ ਹੀ ਹੈ, ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ। ਉਹ ਤੇ ਪਰਮੇਸ਼ਰ ਵਾਹਿਗੁਰੂ ਇੱਕ ਰੂਪ, ਆਤਮਾ ਰੂਪ ਹੋ ਕੇ, ਜੋਤ ਰੂਪ ਹੋ ਕੇ ਦੋਹਾਂ ਦੇ ਵਿੱਚ ਇੱਕੋ ਹੀ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਜਿਹਦੇ ਤੇ ਤੂੰ ਕਿਰਪਾ ਕਰ ਦੇਵੇਂ, ਉਹੀ ਇਸ ਨਾਮ ਦੁਆਰਾ ਤੇ ਸਭ ਦੇ ਵਿੱਚ ਇੱਕ ਰੂਪ ਨੂੰ ਦੇਖਦਾ ਹੈ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਉਹੀ ਸਾਰੀ ਸ੍ਰਿਸ਼ਟੀ ਦਾ ਸਤਿਗੁਰੂ ਜੀ ਕਹਿੰਦੇ ਜੇਤੂ ਭਾਵ ਕੀ ਇਹ ਜਿੱਤਣ ਵਾਲਾ ਬਣ ਜਾਂਦਾ ਹੈ। ਸਾਰੀ ਸ੍ਰਿਸ਼ਟੀ ਨੂੰ ਉਹ ਜਿੱਤ ਲੈਂਦਾ ਹੈ। ਜਿਹੜਾ ਸਭ ਦੇ ਵਿੱਚ ਇੱਕ ਰੂਪ ਨੂੰ ਦੇਖਦਾ ਹੈ, ਉਹੀ ਸਾਰੀ ਸ੍ਰਿਸ਼ਟੀ ਨੂੰ, ਸਾਰੇ ਜਗਤ ਨੂੰ ਜਿੱਤ ਲੈਂਦਾ ਹੈ। ਜਿਵੇਂ ਭਗਤਾਂ ਨੇ ਬਚਨ ਕਹੇ ਹਨ ਕਿ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਭਗਤ ਕਹਿੰਦੇ ਆ ਪਰਮੇਸ਼ਰ ਵਾਹਿਗੁਰੂ ਦੇ ਬਚਨ ਹੈ। ਪਰਮੇਸ਼ਰ ਵਾਹਿਗੁਰੂ ਇਹ ਕਹਿੰਦਾ ਹੈ ਕਿ ਜੇ ਤੂੰ ਮੇਰਾ ਬਣ ਜਾਏ ਤੇ ਸਾਰਾ ਸੰਸਾਰ ਹੀ ਤੇਰਾ ਹੈ, ਸਾਰਾ ਜਗਤ ਹੀ ਤੇਰਾ ਹੈ। ਇਸ ਕਰਕੇ ਸਾਰਾ ਜਗਤ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਆਪ ਹੈ। ਇਸ ਕਰਕੇ ਜਿਹੜਾ ਉਹਦੇ ਨਾਲ ਜੁੜ ਗਿਆ, ਉਹਦਾ ਰੂਪ ਬਣ ਗਿਆ, ਉਹੀ ਇਹ ਸ੍ਰਿਸ਼ਟੀ ਦਾ ਜੇਤੂ ਬਣ ਜਾਂਦਾ ਹੈ। ਜੀ ਜੰਤਰ ਸਭ ਤਾਕੈ ਹਾਥ, ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਿੰਨੇ ਵੀ ਜੀਵ ਜੰਤ, ਛੋਟੇ ਵੱਡੇ, ਸੂਖਮ ਤੇ ਅਸਥੂਲ ਹਨ, ਸਭ ਦੀ ਜਿਹੜੀ ਪ੍ਰਾਣ ਸੱਤਾ ਹੈ, ਚੇਤਨ ਸੱਤਾ ਹੈ, ਉਹ ਪਰਮੇਸ਼ਰ ਵਾਹਿਗੁਰੂ ਤੇਰੇ ਹੱਥ ਹੀ ਹੈ। ਦੀਨ ਦਇਆਲ ਅਨਾਥ ਕੋ ਨਾਥ, ਕਿਉਂਕਿ ਤੂੰ ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ, ਦੀਨਾਂ ਤੇ ਤਰਸ ਕਰਨ ਵਾਲਾ ਹੈ, ਔਰ ਜਿਹੜੇ ਅਨਾਥ ਹਨ ਉਹਨਾਂ ਦਾ ਨਾਥ ਕਹੀਏ ਮਾਲਕ ਹੈ ਤੂੰ। ਜਿੱਥੇ ਦੀਨ ਦਾ ਅਰਥ ਆਪਾਂ ਗਰੀਬ ਜਾਂ ਕਮਜ਼ੋਰ ਕਰਦੇ ਹਾਂ, ਉੱਥੇ ਦੀਨ ਤੋਂ ਭਾਵ ਇਹ ਵੀ ਲਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਦੇ ਅੰਦਰ ਦੀਨ ਦਾ ਵੀ ਲੱਛਣ ਕੀਤਾ ਹੈ। ਇੱਛਾ ਭੈ ਸੰਯੁਗਤ ਜੋ ਤਾਂ ਕੋ ਕਹੀਏ ਦੀਨ, ਕਿ ਜਿਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਹੋਵੇ ਤੇ ਪਰਮੇਸ਼ਰ ਵਾਹਿਗੁਰੂ ਦੇ ਭੈ ਦੇ ਵਿੱਚ ਰਹਿੰਦਾ ਹੋਵੇ, ਡਰ ਦੇ ਵਿੱਚ ਰਹਿੰਦਾ ਹੋਵੇ, ਉਸ ਨੂੰ ਦੀਨ ਆਖਿਆ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਦੀਨ ਦਇਆਲ ਅਨਾਥ ਕੋ ਨਾਥ, ਜਿਹੜੇ ਐਸੇ ਦੀਨ ਹਨ, ਤੇਰੀ ਪ੍ਰਾਪਤੀ ਦੀ ਇੱਛਾ ਰੱਖਣ ਵਾਲੇ ਹਨ ਔਰ ਤੇਰੇ ਭੈ ਦੇ ਵਿੱਚ ਰਹਿੰਦੇ ਹਨ, ਉਹਨਾਂ ਤੇ ਦਇਆ ਕਰਨ ਵਾਲਾ, ਦਿਆਲਤਾ ਕਰਨ ਵਾਲਾ ਵੀ ਤੂੰ ਆਪ ਹੈ। ਔਰ ਅਨਾਥ ਕੋ ਨਾਥ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਉਹਨਾਂ ਦਾ ਰਾਖਾ, ਉਹਨਾਂ ਦੀ ਰੱਖਿਆ ਕਰਨ ਵਾਲਾ ਤੂੰ ਆਪ ਹੈ। ਜਿਸ ਰਾਖੈ ਤਿਸ ਕੋਈ ਨਾ ਮਾਰੈ, ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦੀ ਰੱਖਿਆ ਕਰਨ ਵਾਲਾ ਤੂੰ ਬਣ ਜਾਏ, ਉਹਨੂੰ ਕੋਈ ਮਾਰ ਨਹੀਂ ਸਕਦਾ। ਜਿਹਦੇ ਤੇ ਤੇਰੀ ਕਿਰਪਾ ਹੋਵੇ, ਜਿੰਨਾ ਚਿਰ ਤੂੰ ਨਾ ਚਾਹੇ ਉਹਨਾਂ ਚਿਰ ਕੋਈ ਵੀ ਉਸ ਜੀਵ ਨੂੰ ਮਾਰ ਨਹੀਂ ਸਕਦਾ, ਖਤਮ ਨਹੀਂ ਕਰ ਸਕਦਾ। ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਕਿ ਜਿਹਦੇ ਤੇ ਪਰਮੇਸ਼ਰ ਵਾਹਿਗੁਰੂ ਜਿੰਨੀ ਕਿਸੇ ਦੀ ਸਵਾਸਾਂ ਦੀ ਪੂੰਜੀ ਲਿਖੀ ਹੈ, ਜਿੰਨਾ ਚਿਰ ਉਹ ਨਹੀਂ ਪੂਰੀ ਹੁੰਦੀ, ਜਿੰਨਾ ਚਿਰ ਤੂੰ ਨਾ ਚਾਹਵੇਂ, ਉਹਨਾਂ ਚਿਰ ਕੋਈ ਲੱਖ ਯਤਨ ਕਰੀ ਜਾਏ, ਕਿਸੇ ਜੀਵ ਨੂੰ ਕੋਈ ਮਾਰ ਨਹੀਂ ਸਕਦਾ। ਔਰ ਐਸੇ ਵੀ ਖਿਆਲ ਦੱਸੇ ਜਾਂਦੇ ਹਨ ਕਿ ਜਿਹੜੀ ਮੌਤ ਹੈ, ਕਿ ਜਦੋਂ ਤਿੰਨ ਚੀਜ਼ਾਂ ਜੁੜ ਜਾਂਦੀਆਂ ਹਨ, ਉੱਥੇ ਮੌਤ ਜਿਹੜੀ ਉਦੋਂ ਹੁੰਦੀ ਹੈ ਜੀਵ ਦੀ, ਦੇਸ਼, ਕਾਲ ਤੇ ਵਸਤੂ। ਇੱਕ ਤੇ ਉਹ ਜਿਹੜਾ ਦੇਸ਼ ਤੋਂ ਭਾਵ ਹੈ ਜਗ੍ਹਾ, ਜਿਹੜਾ ਭੂਮੰਡਲ ਹੈ, ਉਹ ਜਗ੍ਹਾ ਹੈ ਜਿੱਥੇ ਜਾ ਕੇ ਇਹ ਸਰੀਰ ਨੇ ਸ਼ਾਂਤ ਹੋਣਾ ਹੈ। ਇਸੇ ਪ੍ਰਕਾਰ ਕਾਲ ਜਿਹੜਾ ਸਮਾਂ ਹੈ, ਜਦੋਂ ਉਹ ਸਮਾਂ ਆ ਜਾਏ। ਔਰ ਵਸਤੂ ਤੋਂ ਭਾਵ ਹੈ ਕਾਰਨ, ਕਿ ਕੋਈ ਕਾਰਨ ਬਣ ਜਾਏ। ਜਿੰਨਾ ਚਿਰ ਪਰਮੇਸ਼ਰ ਵਾਹਿਗੁਰੂ ਤੂੰ ਚਾਹਵੇਂ, ਉਹਨਾਂ ਚਿਰ ਚਾਹੇ ਕੋਈ ਲੱਖ ਯਤਨ ਕਰੀ ਜਾਏ, ਲੱਖ ਉਪਰਾਲੇ ਕਰੀ ਜਾਏ, ਉਹਨਾਂ ਚਿਰ ਤੂੰ ਇਹ ਕਾਰਨ ਇਕੱਠੇ ਨਹੀਂ ਹੋਣ ਦਿੰਦਾ, ਉਹਨਾਂ ਚਿਰ ਕਿਸੇ ਦੀ ਮੌਤ ਨਹੀਂ ਹੁੰਦੀ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਵਾਹਿਗੁਰੂ ਜਿਹਨੂੰ ਤੂੰ ਰੱਖਣਾ ਚਾਹੇ ਤੇ ਉਹਨੂੰ ਕੋਈ ਧੱਕੇ ਦੇ ਨਾਲ, ਆਪਣੇ ਜ਼ੋਰ ਦੇ ਨਾਲ ਖਤਮ ਨਹੀਂ ਕਰ ਸਕਦਾ, ਮਾਰ ਨਹੀਂ ਸਕਦਾ। ਸੋ ਮੂਆ ਜਿਸ ਮਨਹੁ ਵਿਸਾਰੈ। ਤੇ ਅੱਗੇ ਸਤਿਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਵਾਹਿਗੁਰੂ ਜਿਹਨੂੰ ਤੂੰ ਭੁਲਾ ਦੇਵੇਂ ਸੋ ਮੂਆ, ਉਹ ਮਰ ਗਿਆ ਸਮਝ ਲਓ। ਜਾਂ ਜਿਸ ਨੇ ਆਪਣੇ ਮਨ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੀ ਯਾਦ ਭੁਲਾ ਦਿੱਤੀ, ਉਹ ਸਤਿਗੁਰੂ ਜੀ ਕਹਿੰਦੇ ਅਧਿਆਤਮਕ ਪੱਖ ਤੋਂ ਮਰਿਆ ਹੈ। ਮੌਤ ਜਿਹੜੀ ਹੈ ਇਹ ਵੀ ਧਾਰਮਿਕ ਵਿਦਵਾਨਾਂ ਨੇ ਕਈ ਪ੍ਰਕਾਰ ਦੀ ਦੱਸੀ ਹੈ। ਇੱਕ ਸਰੀਰਕ ਮੌਤ ਹੈ, ਇੱਕ ਮਾਨਸਿਕ ਮੌਤ ਹੈ, ਇੱਕ ਬੌਧਿਕ ਮੌਤ ਹੈ, ਇੱਕ ਆਰਥਿਕ ਮੌਤ ਹੈ, ਸਮਾਜਿਕ ਮੌਤ ਹੈ। ਸੋ ਇਹ ਮੌਤ ਜਿਹੜੀ ਹੈ ਕਈ ਪ੍ਰਕਾਰ ਦੀ ਹੈ। ਭਾਵ ਕਿ ਮੌਤ ਤੋਂ ਕੀ ਹੈ ਕਿ ਉਧਰਲੇ ਪਾਸੇ ਨਾ ਚੱਲਣਾ, ਖਤਮ ਹੋ ਜਾਣਾ ਉਹ ਕੰਮ। ਜੇ ਬੁੱਧੀ ਕੰਮ ਛੱਡ ਗਈ, ਦਿਮਾਗ ਜਿਹੜਾ ਉਹ ਸਹੀ ਕੰਮ ਕਰਨੋਂ ਹਟ ਗਿਆ, ਮਨ ਜਿਹੜਾ ਬੌਧਿਕ ਤਲ ਹੈ ਉਹ ਖਤਮ ਹੋ ਗਿਆ, ਸੋਚਣ ਸਮਝਣ ਦੀ ਸ਼ਕਤੀ ਖਤਮ ਹੋ ਗਈ ਤੇ ਸਮਝ ਲਓ ਬੁੱਧੀ ਦੀ ਮੌਤ। ਇਸੇ ਪ੍ਰਕਾਰ ਸਰੀਰ ਸ਼ਾਂਤ ਹੋ ਗਿਆ, ਸਾਹ ਪ੍ਰਾਣ ਰੁਕ ਗਏ, ਸਰੀਰ ਦੀ ਮੌਤ ਹੈ। ਜਿਹੜੇ ਕੋਈ ਸਮਾਜ ਦੇ ਅੰਦਰ ਨਿਯਮ ਬਣਾਏ ਹੋਏ ਆ ਉਹਨਾਂ ਤੋਂ ਉਲਟ ਚੱਲਣ ਲੱਗ ਪਿਆ ਤੇ ਸਮਝ ਲਓ ਇਸ ਪਾਸਿਓਂ ਮੌਤ ਹੋ ਗਈ ਹੈ। ਇਸੇ ਪ੍ਰਕਾਰ ਹੀ ਮਨ ਜਿਹੜਾ ਹੈ ਉਹ ਅਧਿਆਤਮਕ ਪੱਖ ਵੱਲ ਨਾ ਤੁਰੇ, ਨਾਮ ਤੇ ਬਾਣੀ ਸਿਮਰਨ ਵਾਲੇ ਪਾਸੇ ਨਾ ਤੁਰੇ ਤੇ ਸਮਝ ਲਓ ਇਧਰੋਂ ਮੌਤ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ, ਸੋ ਮੂਆ ਜਿਸ ਮਨਹੁ ਵਿਸਾਰੈ। ਜਿਹੜਾ ਮਨੋਂ ਪਰਮੇਸ਼ਰ ਵਾਹਿਗੁਰੂ ਨੂੰ ਭੁਲਾ ਦੇਵੇ, ਨਾ ਯਾਦ ਕਰੇ, ਉਹਦਾ ਭਜਨ ਪਾਠ ਸੇਵਾ ਸਿਮਰਨੇ ਭੁੱਲ ਜਾਵੇ, ਉਹ ਸਤਿਗੁਰੂ ਜੀ ਕਹਿੰਦੇ ਸਮਝ ਲਓ ਮਰ ਗਿਆ ਹੈ ਇਸ ਪੱਖ ਤੋਂ। ਤਿਸ ਤਜ ਅਵਰ ਕਹਾ ਕੋ ਜਾਏ। ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੈਨੂੰ ਛੱਡ ਕੇ ਹੋਰ ਕਿਹੜੀ ਦੂਸਰੀ ਜਗ੍ਹਾ ਹੈ ਜਿੱਥੇ ਜਾਈਏ। ਭਾਵ ਕਿ ਤੇਰੇ ਤੋਂ ਬਿਨਾ ਹੋਰ ਕੋਈ ਦੂਸਰਾ ਹੈ ਨਹੀਂ ਹੈ ਜਿਹਦੇ ਕੋਲ ਜਾਈਏ। ਜਿੱਥੇ ਵੀ ਜਾਂਦੇ ਹਾਂ, ਜਿੱਥੇ ਵੀ ਦੇਖਦੇ ਹਾਂ, ਸਭ ਥਾਵਾਂ ਤੇ ਤੂੰ ਹੀ ਹੈ। ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਕਿਸੇ ਕੋਨੇ ਤੇ ਚਲੇ ਜਾਓ, ਜਿੱਥੇ ਵੀ ਮਰਜ਼ੀ ਤੁਸੀਂ ਚਲੇ ਜਾਓ, ਉੱਥੇ ਹੀ ਉਹ ਪਰਮੇਸ਼ਰ ਵਾਹਿਗੁਰੂ ਦੀ ਜੋਤ, ਉਹਦੀ ਸੱਤਾ, ਉਹਦੀ ਹਸਤੀ ਮੌਜੂਦ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੇਰੇ ਤੋਂ ਬਿਨਾ ਜਹ ਜਹ ਪੇਖੋਂ ਤਹ ਹਜੂਰ, ਦੂਰ ਕਤਹੁ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਕਿ ਪਰਮੇਸ਼ਰ ਵਾਹਿਗੁਰੂ ਤੂੰ ਸੰਸਾਰ ਦੇ ਵਿੱਚ ਸਭ ਥਾਵਾਂ ਤੇ ਮਿਲਿਆ ਹੋਇਆ ਹੈ। ਵੱਖੋ ਵੱਖਰੇ ਧਰਮਾਂ ਨੇ ਜਿਵੇਂ ਆਪੋ ਆਪਣੀ ਮੱਤ ਦੇ ਅਨੁਸਾਰ ਉਹ ਪਰਮੇਸ਼ਰ ਦੇ ਸਥਾਨ ਮੰਨੇ ਹੋਏ ਹੈ। ਜਿਵੇਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ ਕਿ ਜਿਹੜੇ ਹਿੰਦੂ ਮੱਤ ਨੂੰ ਮੰਨਣ ਵਾਲੇ ਹਨ, ਸਨਾਤਨੀ ਮੱਤ ਵਾਲੇ ਹਨ, ਉਹ ਕਹਿੰਦੇ ਹਨ ਦੱਖਣ ਦੇਸ ਹਰੀ ਕਾ ਵਾਸਾ, ਕਿ ਦੱਖਣ ਦੇ ਵਿੱਚ ਉਹ ਹਰੀ ਵਿਸ਼ਨੂੰ ਭਗਵਾਨ ਜਿਹੜੇ ਹਨ ਉਹ ਮੰਦਿਰ ਦੇ ਵਿੱਚ ਰਹਿੰਦੇ ਹਨ। ਇਸੇ ਪ੍ਰਕਾਰ ਜਿਹੜੇ ਮੁਸਲਮਾਨੀ ਮੱਤ ਵਾਲੇ ਹਨ ਉਹ ਕਹਿੰਦੇ ਹਨ ਪੱਛਮ ਅੱਲਾ ਹੈ ਮੁਕਾਮਾ, ਪੱਛਮ ਦੇ ਵਿੱਚ ਜੋ ਕਾਬਾ ਹੈ ਉੱਥੇ ਅੱਲਾ ਰਹਿੰਦਾ ਹੈ। ਪਰ ਭਗਤ ਜੀ ਕਹਿੰਦੇ ਹਨ ਅਵਰ ਮੁਲਕ ਕਿਸ ਕੇਰਾ, ਵੀ ਠੀਕ ਹੈ ਚੜ੍ਹਦੇ ਦੀ ਤਰਫ ਦੇ ਵਿੱਚ ਤੇ ਭਗਵਾਨ ਵਿਸ਼ਨੂੰ ਰਹਿੰਦੇ ਹਨ ਤੇ ਛਿਪਦੇ ਦੀ ਤਰਫ ਜਿਹੜੇ ਹਨ ਉਹ ਅੱਲਾ ਰਹਿੰਦੇ ਹਨ, ਤੇ ਬਾਕੀ ਜਿਹੜੀ ਦੁਨੀਆ ਹੈ ਇੱਥੇ ਕੌਣ ਰਹਿੰਦਾ ਹੈ? ਇੱਥੇ ਤੇ ਵਸਣ ਵਾਲਾ ਹੋਰ ਕੌਣ ਹੈ ਉਹਦੇ ਤੋਂ ਬਿਨਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਮੰਦਿਰ ਦੇ ਵਿੱਚ ਬੈਠਾ ਹੈ, ਜੋ ਮਸੀਤ ਦੇ ਵਿੱਚ ਬੈਠਾ ਹੈ, ਉਹੀ ਸਭ ਥਾਵਾਂ ਤੇ ਵਰਤ ਰਿਹਾ ਹੈ। ਜਿਵੇਂ ਭਗਤ ਨਾਮਦੇਵ ਜੀ ਦੇ ਜੀਵਨ ਦੀ ਘਟਨਾ ਆਉਂਦੀ ਹੈ। ਭਗਤ ਨਾਮਦੇਵ ਜੀ ਨੂੰ ਪਰਮੇਸ਼ਰ ਨੇ ਇੱਕ ਵਾਰ ਦਰਸ਼ਨ ਬਖਸ਼ਿਸ਼ ਕੀਤੇ ਮੁਗਲ ਦੇ ਰੂਪ ਦੇ ਵਿੱਚ। ਕਿ ਸਿਰ ਦੇ ਉੱਤੇ ਮੁਸਲਮਾਨ ਜਿਵੇਂ ਟੋਪੀ ਪਹਿਨਦੇ ਹਨ ਉਹ ਪਾਈ ਹੋਈ ਹੈ, ਕੱਪੜੇ ਮੁਸਲਮਾਨਾਂ ਵਾਲੇ ਹਨ, ਲਿਬਾਸ ਮੁਸਲਮਾਨਾਂ ਵਾਲਾ ਹੈ। ਔਰ ਭਗਤ ਜੀ ਨੂੰ ਦਰਸ਼ਨ ਹੋਏ ਤੇ ਉਹ ਭਗਤ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ ਹੈ, ਹਲੇ ਯਾਰਾਂ ਖੁਸ਼ ਖਬਰੀ। ਇਸ ਸ਼ਬਦ ਦੇ ਵਿੱਚ ਹੀ ਬਚਨ ਆਉਂਦੇ ਹਨ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਭਗਤ ਨਾਮਦੇਵ ਜੀ ਪਰਮੇਸ਼ਰ ਵਾਹਿਗੁਰੂ ਨੂੰ ਪਛਾਣ ਕੇ ਤੇ ਬਚਨ ਕਰਦੇ ਹਨ ਕਿ ਪ੍ਰਮਾਤਮਾ ਤੇਰੀ ਪਗੜੀ ਬਹੁਤ ਸੋਹਣੀ ਹੈ, ਤੇਰੇ ਬਚਨ ਬਹੁਤ ਮਿੱਠੇ ਹਨ, ਤੇ ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ। ਭਗਤ ਨਾਮਦੇਵ ਜੀ ਪੁੱਛਦੇ ਹਨ ਕਿ ਕਿੱਥੇ ਚੱਲੇ ਹੋ ਆਪ ਜੀ, ਕਿਸ ਰਸਤੇ ਤੇ ਚੱਲੇ ਹੋ, ਕਿਸ ਜਗ੍ਹਾ ਤੇ ਚੱਲੇ ਹੋ। ਤੇ ਅੱਗੋਂ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੇ ਵਿੱਚ ਬਚਨ ਆਉਂਦੇ ਹਨ, ਉਹ ਕਹਿੰਦੇ ਹਨ ਦਵਾਰਕਾ ਨਗਰੀ, ਕਿ ਜੋ ਇੱਥੇ ਦਵਾਰਕਾ ਨਗਰੀ ਹੈ ਨਾ ਭਗਵਾਨ ਕ੍ਰਿਸ਼ਨ ਦੀ, ਉੱਥੇ ਚੱਲੇ ਆ। ਤੇ ਭਗਤ ਜੀ ਅੱਗੋਂ ਕਹਿੰਦੇ ਆ ਕਾਹੇ ਕੇ ਮਗੋਲ,
ਫਿਰ ਤੁਸੀਂ ਮੁਸਲਮਾਨ ਕਾਹਦੇ ਹੋਏ, ਮੁਗਲ ਕਾਹਦੇ ਹੋਏ, ਜੇ ਤੁਸੀਂ ਉੱਥੇ ਹੀ ਜਾਣਾ। ਕਿਉਂਕਿ ਸੰਸਾਰ ਦੇ ਵਿੱਚ ਤੇ ਐਸੀ ਹੱਦ ਬੰਨੀ ਹੋਈ ਹੈ ਕਿ ਅੱਲਾ ਜਿਹੜਾ ਹੈ ਉੱਥੇ ਮੁਸਲਮਾਨ ਜਾ ਸਕਦੇ ਆ ਮਸਜਿਦ ਦੇ ਵਿੱਚ, ਤੇ ਮੰਦਿਰਾਂ ਦੇ ਵਿੱਚ ਹਿੰਦੂ ਜਾ ਸਕਦੇ ਆ। ਪਰ ਤੁਸੀਂ ਕਿਵੇਂ ਜਾਓਗੇ ਉੱਥੇ? ਤੇ ਉੱਥੇ ਭਗਤ ਧੀਰਜ ਬਖਸ਼ਦਿਆਂ ਹੋਇਆਂ ਪਰਮੇਸ਼ਰ ਵਾਹਿਗੁਰੂ ਨੇ ਬਚਨ ਕਹੇ ਹਨ ਕਿ ਸਭ ਰੂਪ ਹੀ ਮੇਰੇ ਹਨ, ਚੰਦੀ ਹਜ਼ਾਰ ਆਲਮ ਇੱਕ ਲਖਾਨਾ। ਕਿ ਇੱਕੋ ਪਰਮੇਸ਼ਰ ਵਾਹਿਗੁਰੂ ਕਹਿੰਦੇ ਮੇਰਾ ਹੀ ਸਰੂਪ ਸਭ ਦੇ ਵਿੱਚ ਮਿਲਿਆ ਹੋਇਆ ਹੈ। ਸੋ ਇਸ ਪ੍ਰਕਾਰ ਇੱਥੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਤੂੰ ਹੀ ਸਰਬ ਰੂਪ ਹੋ ਕੇ ਬਚਨ ਆਉਂਦੇ ਹਨ। ਤਿਸ ਤਜ ਅਵਰ ਕਹਾਂ ਕੋ ਜਾਏ, ਕਿ ਪਰਮੇਸ਼ਰ ਵਾਹਿਗੁਰੂ ਤੈਨੂੰ ਛੱਡ ਕੇ ਹੋਰ ਕਿਹੜੀ ਦੂਸਰੀ ਜਗ੍ਹਾ ਜਿੱਥੇ ਜਾਈਏ। ਸਭ ਸਿਰ ਏਕ ਨਿਰੰਜਨ ਰਾਏ, ਕਿਉਂਕਿ ਤੂੰ ਸਭ ਦੇ ਸਿਰ, ਸਭ ਦੇ ਸ਼੍ਰੋਮਣੀ, ਏਕ ਨਿਰੰਜਨ ਰਾਏ। ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਨਿਰਮਲ ਸਰੂਪ ਰਾਏ, ਕਹੀਏ ਰਾਜਾ ਰੂਪ ਤੂੰ ਸਭ ਦਾ ਆਪ ਹੀ ਹੋ ਰਿਹਾ ਹੈ। ਜੀ ਕੀ ਜੁਗਤ ਜਾ ਕੈ ਸਭ ਹਾਥ। ਸਤਿਗੁਰੂ ਜੀ ਕਹਿੰਦੇ ਜੀਵਾਂ ਦੀ ਜਿਹੜੀ ਜੁਗਤੀ ਹੈ, ਜੀਣ ਦੀ, ਪ੍ਰਾਣਾਂ ਦੀ ਡੋਰ ਹੈ ਜਿਹੜੀ, ਇਹ ਪਰਮੇਸ਼ਰ ਵਾਹਿਗੁਰੂ ਤੇਰੇ ਹੱਥ ਭਾਵ ਕੇ ਤੇਰੇ ਅਧੀਨ ਹੀ ਹੈ। ਅੰਤਰ ਬਾਹਰ ਜਾਨੋ ਸਾਥ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਅੰਦਰ ਵੀ ਤੂੰ ਹੀ ਵਰਤ ਰਿਹਾ ਹੈ, ਬਾਹਰ ਵੀ ਤੂੰ ਹੀ ਵਰਤ ਰਿਹਾ ਹੈ। ਜਿਹੜਾ ਸਵਾਸ ਅੰਦਰ ਜਾਂਦਾ ਹੈ ਇਹ ਵੀ ਤੇਰੀ ਸ਼ਕਤੀ ਨਾਲ ਜਾਂਦਾ ਹੈ, ਜਿਹੜਾ ਸਵਾਸ ਬਾਹਰ ਆਉਂਦਾ ਹੈ ਇਹ ਵੀ ਤੇਰੀ ਸ਼ਕਤੀ ਨਾਲ ਹੀ ਆਉਂਦਾ ਹੈ। ਅੰਤਰ ਬਾਹਰ ਸਤਿਗੁਰੂ ਜੀ ਕਹਿੰਦੇ ਜਾਨੋ ਸਾਥ। ਅਸੀਂ ਤੈਨੂੰ ਹੀ ਪਰਮੇਸ਼ਰ ਵਾਹਿਗੁਰੂ ਸਾਥ ਸਮਝਦੇ ਹਾਂ, ਨਾਲ ਸਮਝਦੇ ਹਾਂ ਕਿ ਅੰਦਰ ਵੀ ਤੇਰੀ ਜੋਤ ਹੈ ਔਰ ਬਾਹਰ ਜੋ ਇਹ ਸੰਸਾਰ ਦਿਸ ਰਿਹਾ ਇਹਦੇ ਵਿੱਚ ਵੀ ਤੂੰ ਹੀ ਹੈ। ਜੇ ਅਸੀਂ ਆਪਣੇ ਮਨ ਬੁੱਧੀ ਨੇਤਰਾਂ ਦੁਆਰਾ ਆਪਣੇ ਅੰਦਰ ਝਾਤ ਮਾਰਦੇ ਹਾਂ ਤੇ ਉੱਥੇ ਵੀ ਤੂੰ ਹੀ ਪ੍ਰਕਾਸ਼ ਰਿਹਾ ਹੈ। ਜੇ ਅਸੀਂ ਸਥੂਲ ਅੱਖਾਂ ਦੁਆਰਾ ਇਹ ਸੰਸਾਰ ਵੱਲ ਨਿਗਾਹ ਮਾਰਦੇ ਹਾਂ ਤੇ ਇੱਥੇ ਵੀ ਤੂੰ ਹੀ ਜਿਹੜਾ ਉਹ ਭਾਸ ਰਿਹਾ, ਤੂੰ ਹੀ ਪ੍ਰਤੀਤ ਹੋ ਰਿਹਾ ਹੈ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨੇ ਹਾਲਿਆ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸੋ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਅੰਦਰ ਬਾਹਰ ਭਾਵ ਕੇ ਜੋ ਸਰੀਰ ਦੇ ਅੰਦਰ ਆਤਮਾ ਰੂਪ ਹੋ ਕੇ ਵੀ ਤੂੰ ਹੀ ਦਿਸਦਾ ਹੈ ਔਰ ਬਾਹਰ ਸਭ ਜੀਵਾਂ ਦੇ ਵਿੱਚ ਜੋਤ ਰੂਪ ਹੋ ਕੇ ਵੀ ਤੂੰ ਹੀ ਦਿਸ ਰਿਹਾ ਹੈ। ਗੁਣ ਨਿਧਾਨ ਬੇਅੰਤ ਅਪਾਰ। ਤੂੰ ਪਰਮੇਸ਼ਰ ਵਾਹਿਗੁਰੂ ਗੁਣਾਂ ਦਾ ਨਿਧਾਨ ਕਹੀਏ ਖਜ਼ਾਨਾ ਹੈ। ਜਿੰਨੇ ਗੁਣ ਹਨ ਉਹ ਸਭ ਤੇਰੇ ਵਿੱਚ ਹੀ ਹਨ। ਸਭ ਗੁਣ ਕਿਸ ਹੀ ਨਾਹੀਂ, ਹਰਪੂਰ ਭੰਡਾਰੀ ਆ। ਸਾਰੇ ਗੁਣ ਇੱਕ ਬੰਦੇ ਵਿੱਚ ਨਹੀਂ ਹੁੰਦੇ, ਪਰ ਪਰਮੇਸ਼ਰ ਵਾਹਿਗੁਰੂ ਤੂੰ ਐਸਾ ਬਲੀ ਹੈ, ਤੇਰੇ ਵਿੱਚ ਸਾਰੇ ਹੀ ਗੁਣ ਹਨ। ਕਿਹੜਾ ਗੁਣ ਹੈ ਜਿਹੜਾ ਤੇਰੇ ਵਿੱਚ ਨਹੀਂ ਹੈ? ਸਾਰੇ ਗੁਣ ਤੇਰੇ ਤੋਂ ਹੀ ਪੈਦਾ ਹੁੰਦੇ ਹਨ। ਤੂੰ ਹੀ ਗੁਣਾਂ ਦਾ ਨਿਧਾਨ ਕਹੀਏ ਖਜ਼ਾਨਾ ਹੈ, ਤੂੰ ਹੀ ਗੁਣਾਂ ਦਾ ਮਾਲਕ ਹੈ। ਨਾਨਕ ਦਾਸ ਸਦਾ ਬਲਿਹਾਰ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਪਰਮੇਸ਼ਰ ਵਾਹਿਗੁਰੂ ਤੇਰੇ ਐਸੇ ਸਰੂਪ ਤੋਂ ਅਸੀਂ ਸਦਾ ਹੀ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ। ਤੇਰਾ ਪਰਮੇਸ਼ਰ ਵਾਹਿਗੁਰੂ ਐਸਾ ਸਰੂਪ ਜੋ ਸਭ ਦੇ ਵਿੱਚ ਹੀ ਵਰਤ ਰਿਹਾ ਹੈ, ਉਸੇ ਨੂੰ ਦੇਖ ਦੇਖ ਕੇ, ਉਸੇ ਨੂੰ ਵੇਖ ਵੇਖ ਕੇ ਅਸੀਂ ਪ੍ਰਸੰਨ ਹੋ ਰਹੇ ਹਾਂ ਕਿ ਕਿਵੇਂ ਤੂੰ ਸਰਬ ਰੂਪ ਹੋ ਰਿਹਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਔਰ ਸਤਿਗੁਰਾਂ ਨੇ ਪਰਮੇਸ਼ਰ ਦੇ ਸਰਬ ਰੂਪ ਹੋਣ ਦਾ ਵਰਣਨ ਕਰਦਿਆਂ ਹੋਇਆਂ ਬਾਣੀ ਉਚਾਰਨ ਕੀਤੀ ਹੈ ਅਕਾਲ ਉਸਤਤ, ਜਿਸ ਦੇ ਅੰਦਰ ਸਤਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਨੂੰ ਦੇਖਦੇ ਹੈ ਤੇ ਬਚਨ ਕਰਦੇ ਹਨ, ਜਲੇ ਹਰੀ ਥਲੇ ਹਰੀ, ਈਹਾਂ ਹਰੀ ਊਹਾਂ ਹਰੀ, ਜਮੀ ਹਰੀ ਜਮਾ ਹਰੀ, ਮਕੀ ਹਰੀ ਮਕਾ ਹਰੀ, ਕਿ ਸਭ ਥਾਵਾਂ ਤੇ ਤੂੰ ਹੈ। ਫਿਰ ਅੱਗੇ ਜਾ ਕੇ ਬਚਨ ਕਰਦੇ ਹਨ, ਜਲਸ ਤੁਹੀ ਥਲਸ ਤੁਹੀ, ਨਦਿਸ ਤੁਹੀ ਨਦਸ ਤੁਹੀ। ਫਿਰ ਅੱਗੇ ਐਸੀ ਧੁਨੀ ਲਾਉਂਦੇ ਹਨ, ਤੁਹੀ 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 ਤੁਹੀ, ਏਦਾਂ ਹੀ ਬਚਨ ਆਉਂਦੇ ਹਨ। ਸੋ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਵਾਹਿਗੁਰੂ ਤੂੰ ਹੀ ਸਭ ਦੇ ਵਿੱਚ ਹੋ ਰਿਹਾ ਹੈ। ਜਿਵੇਂ ਭਗਤਾਂ ਨੇ ਕਿਹਾ ਹੈ ਕਿ ਜੇ ਪਰਮੇਸ਼ਰ ਵਾਹਿਗੁਰੂ ਤੈਨੂੰ ਅਸੀਂ ਦੇਖਣ ਲੱਗ ਪਈਏ ਸਾਰਿਆਂ ਦੇ ਵਿੱਚ ਤੇ ਫਿਰ ਸਾਡੇ ਅੰਦਰੋਂ ਹੰਕਾਰ ਜਿਹੜਾ ਨਾ ਇਹ ਮਿਟ ਜਾਏ। ਜੇ ਅਸੀਂ ਤੂੰ ਕਰਨ ਲੱਗ ਪਈਏ ਤੇ ਸਾਡੇ ਅੰਦਰੋਂ ਮੈਂ ਮਿਟ ਸਕਦੀ ਹੈ। ਔਰ ਜਿੰਨਾ ਚਿਰ ਅਸੀਂ ਮੈਂ ਕਰ ਰਹੇ ਹਾਂ ਉਹਨਾਂ ਚਿਰ ਤੂੰ ਅੰਦਰ ਨਹੀਂ ਵਸਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈਂ।
ਇੱਕ ਪਾਸੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਇੱਕ ਪਾਸੇ ਹੰਕਾਰ ਹੈ। ਜੇ ਅੰਦਰ ਹੰਕਾਰ ਹੈ ਤੇ ਨਾਮ ਅੰਦਰ ਨਹੀਂ ਵਸਦਾ, ਜੇ ਨਾਮ ਅੰਦਰ ਵਸ ਗਿਆ ਫਿਰ ਹੰਕਾਰ ਨਹੀਂ ਰਹਿੰਦਾ। ਇਹ ਦੋਹੇ ਵਿਰੋਧੀ ਚੀਜ਼ਾਂ ਹਨ। ਜਿਵੇਂ ਅੱਗ ਔਰ ਪਾਣੀ ਦਾ ਮੇਲ ਨਹੀਂ ਹੈ, ਇਸੇ ਪ੍ਰਕਾਰ ਨਾਮ ਤੇ ਹੰਕਾਰ ਦਾ ਮੇਲ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਭਗਤ ਜੀ ਕਹਿੰਦੇ ਹਨ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਭਗਤ ਜੀ ਕਹਿੰਦੇ, ਜੇ ਐ ਇਨਸਾਨ ਤੂੰ ਕਰਨ ਲੱਗ ਪਵੇਂ, ਮੈਂ ਛੱਡ ਦੇਵੇਂ, ਤੇ ਫਿਰ ਸਭ ਦੇ ਵਿੱਚ ਤੈਨੂੰ ਤੂੰ ਹੀ ਦੱਸੇਗਾ। ਉਹੀ ਪਰਮੇਸ਼ਰ ਵਾਹਿਗੁਰੂ ਦਾ ਰੂਪ ਦੱਸੇਗਾ। ਫੇਰ ਹੀ ਤੇਰੇ ਅੰਦਰ ਨਾਮ ਜਿਹੜਾ ਉਹ ਵਸੇਗਾ ਤੇ ਹਉਮੈ ਹੰਕਾਰ ਜਿਹੜਾ ਹੈ ਇਹ ਦੂਰ ਹੋ ਜਾਏਗਾ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ਾਂ ਦੁਆਰਾ ਉਹ ਪਰਮੇਸ਼ਰ ਵਾਹਿਗੁਰੂ ਦੀ ਵਿਆਪਕਤਾ ਔਰ ਉਸ ਦੇ ਸਰਬ ਰੂਪ ਨੂੰ ਵਰਣਨ ਕੀਤਾ ਹੈ ਕਿ ਕਿਵੇਂ ਸਭ ਦੇ ਵਿੱਚ ਹੀ ਉਹ ਵਰਤ ਰਿਹਾ ਹੈ। ਔਰ ਉਸੇ ਦੀ ਜੋਤ ਨੂੰ ਵੇਖਣ ਵਾਲੇ ਜਿਹੜੇ ਹਨ, ਫਿਰ ਉਹ ਪਾਪਾਂ ਤੋਂ, ਵਿਕਾਰਾਂ ਤੋਂ, ਮਾੜੇ ਕਰਮਾਂ ਤੋਂ ਬਚ ਜਾਂਦੇ ਹਨ, ਕਿਉਂਕਿ ਸਭ ਦੇ ਵਿੱਚ ਉਸ ਨੂੰ ਦੇਖਦੇ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਪੜ੍ਹਨ ਸੁਣਨ ਵਾਲਿਆਂ ਦੇ ਹਿਰਦਿਆਂ 'ਚ ਵਸਣ, ਇੰਨੀਆਂ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਮਾਫੀ। ਇੱਥੇ ਹੀ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।